ਇੰਦਰ ਫਰੋਮ ਡਿਪਾਰਟਮੈਂਟ ਆਫ ਇਕਨੋਮਿਕਸ GGTST ਕਾਲਜ ਹਰਿਆਣਾ ਹੁਸ਼ਿਆਰਪੁਰ। ਅੱਜ ਇਸ ਲੈਕਚਰ ਦੇ ਵਿੱਚ ਆਪਾਂ ਲਾਸਟ ਲੈਕਚਰ ਸਾਡਾ ਹੋਏਗਾ ਰੋਸਟੋ ਥਿਊਰੀ ਤੇ ਰੋਸਟੋ ਥਿਊਰੀ ਆਫ ਸਟੇਜਸ ਆਫ ਗਰੋਥ ਆਪਾਂ ਕਰ ਰਹੇ ਹਾਂ, ਜਿਹਦੇ ਵਿੱਚ ਗਰੋਥ ਦੀਆਂ ਸਟੇਜਸ ਰੋਸਟੋ ਨੇ ਐਕਸਪਲੇਨ ਕੀਤੀਆਂ ਹੋਈਆਂ। ਔਰ ਰੋਸਟੋ ਦਾ ਮੰਨਣਾ ਸੀਗਾ ਕਿ 5 ਸਟੇਜਸ ਹੁੰਦੀਆਂ। ਪਹਿਲੀ ਸਟੇਜ ਪਰੰਪਰਾਗਤ ਸਮਾਜ, ਜਿਸ ਨੂੰ ਉਸਨੇ ਕਿਹਾ ਸੀ ਦਾ ਟ੍ਰੈਡੀਸ਼ਨਲ ਸੋਸਾਇਟੀ। ਸੈਕੰਡ ਵਾਜ ਦਾ ਪ੍ਰੀ ਕੰਡੀਸ਼ਨ ਆਫ ਟੇਕ ਆਫ, ਆਤਮ ਸਫੁਰਤੀ ਦੀ ਪੂਰਵ ਸਥਿਤੀ। Third is take-off stage. Fourth stage is derived to maturity. And fifth stage is the stage of high mass consumption. ਇਹ ਦੋ ਜਿਹੜੀਆਂ ਇਹ ਸਟੇਜਸ ਆ, 5 ਜਿਹੜੀਆਂ ਐਕਸਪਲੇਨ ਕੀਤੀਆਂ, ਜਿਨ੍ਹਾਂ ਦੇ ਥਰੂ ਜਿਹੜੀ ਇਕਨੋਮਿਕ ਗਰੋਥ ਆ ਰੋਸਟੋ ਦੇ ਅਕੋਰਡਿੰਗ ਹੁੰਦੀ ਹੈ। ਔਰ ਇਹਦੇ ਵਿੱਚ 3 ਸਟੇਜਸ ਜਿਹੜੀਆਂ ਹੈਗੀਆਂ ਦਾ ਟ੍ਰੈਡੀਸ਼ਨਲ ਸੋਸਾਇਟੀ, ਪ੍ਰੀ ਕੰਡੀਸ਼ਨ ਟੂ ਟੇਕ ਆਫ ਐਂਡ ਟੇਕ ਆਫ ਸਟੇਜ ਜਿਹੜੀਆਂ ਆਪਾਂ ਕਰ ਚੁੱਕੇ ਹਾਂ। ਅੱਜ ਆਪਾਂ 4th ਸਟੇਜ ਆ ਜਿਹੜੀ ਉਹਦੇ ਬਾਰੇ ਡਿਸਕਸ਼ਨ 4th ਅਤੇ 5th ਸਟੇਜ ਕਰਾਂਗੇ, ਅਤੇ ਇਸ ਦਾ ਜਿਹੜਾ ਕ੍ਰਿਟਿਸਿਜ਼ਮ ਆ ਥਿਊਰੀ ਦਾ ਉਹ ਕਰਾਂਗੇ। 4th ਸਟੇਜ ਆ ਜਿਹੜੀ ਉਹ ਹੈਗੀ ਸੈਲਫ ਸਸਟੇਨਡ ਸਟੇਜ ਔਰ ਦਾ ਡਰਾਈਵ ਟੂ ਮੈਚੋਰਿਟੀ ਸਟੇਜ ਦਾ ਨਾਮ ਹੈ ਸਵੈ ਚਲਿਤ ਉन्नति। ਇਹ ਜਿਹੜੀ ਆ ਟੇਕ ਆਫ ਸਟੇਜ ਤੋਂ ਬਾਅਦ, ਮਤਲਬ 3rd ਸਟੇਜ ਤੋਂ ਬਾਅਦ ਇਹ ਆਉਂਦੀ ਹੈ। ਰੋਸਟੋ ਨੇ ਕਿਹਾ ਸੀਗਾ ਕਿ ਜਦੋਂ ਤੁਹਾਡੀ ਟੇਕ ਆਫ ਸਟੇਜ ਆ ਜਾਂਦੀ ਆ, ਉਸ ਤੋਂ ਬਾਅਦ ਫਿਰ ਤੁਹਾਡੀ ਆਤਮ ਨਿਰਭਰਤਾ ਦੀ ਅਵਸਥਾ ਉਹ ਅਵਸਥਾ ਹੁੰਦੀ ਹੈ ਜਿਹਦੇ ਵਿੱਚ ਤੁਹਾਡੇ ਜਿਹੜੇ ਮੌਲਿਕ ਉਦਯੋਗ ਆ, ਜਿਹੜੀ ਸਾਡੀ ਬੇਸਿਕ ਇੰਡਸਟਰੀ ਹੈਗੀ ਆ, ਓਰੀਜਨਲ ਇੰਡਸਟਰੀ ਹੈਗੀ ਆ, ਉਹਦੇ ਨਾਲ ਤੁਹਾਡੀ ਜਿਹੜੀ ਟੇਕ ਆਫ ਦੀ ਜਿਹੜੀ ਅਵਸਥਾ ਉਹਨੂੰ ਉਹ ਆਈ ਆ ਅਤੇ ਅੱਗੇ ਵਧਣ ਦੀ ਸਮਰੱਥਾ ਪ੍ਰਗਟ ਕਰਦੀ ਹੈ। ਇਸ ਅਵਸਥਾ ਦੇ ਵਿੱਚ ਜਨਸੰਖਿਆ ਦੇ ਵਿੱਚ ਵਾਧਾ ਹੋਣ ਦੇ ਨਾਲ ਨਾਲ ਨੈਸ਼ਨਲ ਇਨਕਮ ਦੇ ਵਿੱਚ ਵੀ ਵਾਧਾ ਹੁੰਦਾ ਅਤੇ ਇਨਵੈਸਟਮੈਂਟ ਦੇ ਵਿੱਚ ਵੀ ਵਾਧਾ ਹੁੰਦਾ। ਇੰਡਸਟਰੀ ਦੀ ਡਿਵੈਲਪਮੈਂਟ ਹੁੰਦੀ ਆ। ਔਰ ਇਹ ਜਿਹੜੀ ਸਟੇਜ ਆ, ਇਹ ਜਿਹੜੀ ਤੁਹਾਡੀ ਟੇਕ ਆਫ ਸਟੇਜ ਆ, 3rd ਸਟੇਜ ਆ, ਉਹਦੇ 40 to 60 ਈਅਰਸ ਦੇ ਬਾਅਦ ਆਉਂਦੀ ਹੈ। ਇਹਦੇ ਵਿੱਚ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਕਿ ਜਿਹੜੀ ਤੁਹਾਡੀ ਨੈਸ਼ਨਲ ਇਨਕਮ ਆ, ਉਹਦਾ 10 ਤੋਂ ਲੈ ਕੇ 20% ਤੱਕ ਜਿਹੜਾ ਸ਼ੇਅਰ ਹੋਏਗਾ, ਜਿਹੜਾ ਪਾਰਟ ਹੋਏਗਾ, ਹਿੱਸਾ ਹੋਏਗਾ, ਉਹ ਇਨਵੈਸਟ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ। ਮਤਲਬ ਤੁਹਾਡੀ ਨੈਸ਼ਨਲ ਇਨਕਮ ਦਾ 20% ਹਿੱਸਾ ਜਿਹੜਾ ਉਹ ਇਨਵੈਸਟ ਹੋਣ ਲੱਗਦਾ। ਉਸ ਤੋਂ ਬਾਅਦ ਜਿਹੜੀ ਖੇਤੀ 'ਤੇ ਡਿਪੈਂਡੈਂਸ ਘੱਟ ਜਾਂਦੀ ਹੈ ਅਤੇ ਜਿਹੜੀਆਂ ਤੁਹਾਡੀਆਂ ਇਕਨੋਮਿਕ ਐਕਟੀਵਿਟੀਜ਼ ਆ, ਉਹਨਾਂ ਦੇ ਵਿੱਚ ਮਾਡਰਨ ਟੈਕਨੀਕਸ ਆਫ ਪ੍ਰੋਡਕਸ਼ਨ ਯੂਜ਼ ਹੋਣੀਆਂ ਸ਼ੁਰੂ ਹੋ ਜਾਂਦੀਆਂ। ਇੰਟਰਨੈਸ਼ਨਲ ਟਰੇਡ ਇਸ ਸਟੇਜ ਦੇ ਵਿੱਚ ਕਾਫੀ ਇੰਪੋਰਟੈਂਟ ਹੋ ਜਾਂਦਾ। ਨਿਊ ਜਿਹੜੀਆਂ ਤੁਹਾਡੀਆਂ ਸੋਸ਼ਲ ਐਂਡ ਪੋਲੀਟੀਕਲ ਜਿਹੜੀਆਂ ਇੰਸਟੀਟਿਊਸ਼ਨਸ ਆ, ਉਹ ਨਿਊ ਟਾਈਪਸ ਹੋ ਜਾਂਦੀਆਂ। ਨਵੇਂ ਸੋਸ਼ਲ, ਨਵੇਂ ਕਸਟਮਸ ਜਿਹੜੇ ਉਹ ਆ ਜਾਂਦੇ ਆ। ਫੋਰਨ 'ਤੇ ਜਿਹੜੀ ਡਿਪੈਂਡੈਂਸ ਉਹ ਵੀ ਘੱਟ ਹੋ ਜਾਏਗੀ। ਜਿਹੜੀ ਪ੍ਰੋਡਕਸ਼ਨ ਆ ਉਹ ਸਕਿਲਡ ਲੋਕਾਂ ਦੇ ਹੱਥਾਂ ਦੇ ਵਿੱਚ ਚਲੇ ਜਾਏਗੀ, ਮਤਲਬ ਸਕਿਲਡ ਲੋਕ ਹੋਣਗੇ ਜਿਹੜੇ ਉਤਪਾਦਨ ਦੇ ਪ੍ਰੋਸੈਸ ਦੇ ਵਿੱਚ ਹੋਣਗੇ। ਪਰ ਕੈਪੀਟਲ ਇਨਕਮ ਵੀ ਵਧਣ ਲੱਗਦੀ ਆ ਅਤੇ ਲੋਕਾਂ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਆ ਉਹ ਹਾਈ ਹੋਣ ਲੱਗਦਾ। ਉਸ ਤੋਂ ਬਾਅਦ ਫਿਰ ਆਈ ਸੀ ਸਟੇਜ 5th ਸਟੇਜ। 5th ਸਟੇਜ ਹੈ ਜਿਹੜੀ, ਇਹਦੇ ਵਿੱਚ ਜਿਹੜੀ 5th ਸਟੇਜ ਆ ਹਾਈ ਮਾਸ ਕੰਜੰਪਸ਼ਨ ਦੀ ਸਟੇਜ ਆ, ਜਾਂ ਇਸ ਨੂੰ ਦਾ ਸਟੇਜ ਆਫ ਇਕਨੋਮਿਕ ਅਫਲੂਐਂਸ ਵੀ ਕਿਹਾ ਸੀਗਾ ਉਹਨੇ, ਵਿਸ਼ਾਲ ਉਪਭੋਗਤਾ ਦੀ ਸਟੇਜ। 4th ਤੋਂ ਬਾਅਦ ਬਿਨਾਂ ਸ਼ੱਕ 5th ਸਟੇਜ ਆਏਗੀ। ਇਹ ਬਹੁਤ ਇੰਪੋਰਟੈਂਟ ਸਟੇਜ ਆ ਕਿਸੇ ਵੀ ਇਕੋਨਮੀ ਲਈ। ਹਰ ਇਕੋਨਮੀ ਇਹਦੇ ਵਿੱਚ ਜਾਣਾ ਚਾਹੁੰਦੀ ਆ। ਇਹਦੇ ਵਿੱਚ ਉਤਪਾਦਨ, ਪ੍ਰੋਡਕਸ਼ਨ ਦੀ ਮਾਤਰਾ ਕੋਈ ਪ੍ਰੋਬਲਮ ਨਹੀਂ ਰਹਿੰਦੀ। ਸੋਸ਼ਲ ਵੈਲਫੇਅਰ ਜਿਹੜਾ ਉਹ ਮੇਨ ਪ੍ਰੋਬਲਮ ਹੋਏਗੀ। ਮਤਲਬ ਪ੍ਰੋਡਕਸ਼ਨ ਹੁੰਦੀ ਪਈ ਆ, ਪ੍ਰੋਸੈਸ ਸਟਾਰਟ ਆ, ਪਰ ਸੋਸ਼ਲ ਵੈਲਫੇਅਰ ਕਿੱਦਾਂ ਹੋਵੇ, ਇਹ ਜਿਹੜਾ ਮੇਨ ਕੰਸਰਨ ਹੋਏਗਾ ਇਹਦੇ ਵਿੱਚ। ਔਰ ਇਹਦੇ 3 ਉਦੇਸ਼ ਹੁੰਦੇ ਆ ਇਸ ਅਰਥ ਵਿਵਸਥਾ ਵਿੱਚ। ਇਸ ਤਰ੍ਹਾਂ ਦੀ ਜਿਹੜੀ ਇਕੋਨਮੀ ਹੁੰਦੀ ਹੈ, ਉਹਦੇ ਵਿੱਚ ਕੋਈ ਵੀ ਦੇਸ਼ 3 ਉਦੇਸ਼ਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ। ਸਭ ਤੋਂ ਪਹਿਲਾਂ ਤਾਂ ਮੋਰ ਪਾਵਰ, ਜਿਹੜਾ ਉਹ ਆਪਣੀ ਸੈਨਿਕ ਸ਼ਕਤੀ 'ਤੇ ਬਹੁਤ ਜ਼ਿਆਦਾ ਖਰਚ ਕਰਦਾ। ਦੂਜੇ ਦੇਸ਼ਾਂ ਦੇ ਮੁਕਾਬਲੇ ਆਪਣੀ ਸ਼ਕਤੀ ਜਿਹੜੀ ਵਧਾਉਂਦਾ, ਆਪਣੀ ਸ਼ਕਤੀ ਦਾ ਪ੍ਰਭਾਵ ਪੈਂਦਾ ਅਤੇ ਵੱਡੀਆਂ ਸ਼ਕਤੀਆਂ ਦਾ ਰੂਪ ਧਾਰਨ ਕਰਨਾ ਚਾਹੁੰਦਾ। ਉਸ ਤੋਂ ਬਾਅਦ ਦੂਸਰਾ ਵੈਲਫੇਅਰ ਸਟੇਟਸ ਹੋ ਜਾਂਦੀਆਂ। ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਇੰਪਰੂਵ ਕਰਨਾ, ਉਹਨੂੰ ਵਧਾਉਣਾ, ਉਹਨਾਂ ਨੂੰ ਲੋਕਾਂ ਨੂੰ ਆਰਾਮ ਦੇ ਸਾਧਨ ਪ੍ਰਦਾਨ ਕਰਨੇ। ਐਂਡ ਉਸ ਤੋਂ ਬਾਅਦ ਕੰਜੰਪਸ਼ਨ ਵਧਾਉਣੀ। ਹਾਈ ਮਾਸ ਕੰਜੰਪਸ਼ਨ ਆ, ਲੋਕਾਂ ਦਾ ਭੋਗ ਵਧੇਗਾ। ਇਹਦੇ ਵਿੱਚ ਲੋਕ ਸਿਰਫ ਰੋਟੀ, ਕੱਪੜਾ, ਮਕਾਨ ਤੱਕ ਸੀਮਿਤ ਨਹੀਂ ਰਹਿੰਦੇ, ਹੋਰ ਡਿਊਰੇਬਲਸ ਲਾਈਕ ਟੈਲੀਫੋਨ, ਕਾਰ, ਰੈਫਰੀਜਰੇਟਰ, ਮੋਬਾਈਲ ਫੋਨ 'ਤੇ ਸ਼ਿਫਟ ਹੋ ਜਾਂਦੇ ਆ। ਇਹ ਮੰਨਿਆ ਜਾਂਦਾ ਕਿ 1900 ਤੋਂ ਬਾਅਦ 1900 ਤੋਂ ਬਾਅਦ ਅਮਰੀਕਾ ਇਸੇ ਸਟੇਜ ਦੇ ਵਿੱਚੋਂ ਲੰਘ ਗਿਆ ਸੀ। 1900 ਤੋਂ 1920 ਤੱਕ ਉਹ ਕਲਿਆਣਕਾਰੀ ਰਾਜ ਦੀ ਸਥਾਪਨਾ ਹੋਈ। 1920 ਤੋਂ 1930 ਤੱਕ ਉੱਥੇ ਹਾਈ ਮਾਸ ਕੰਜੰਪਸ਼ਨ ਦੀ ਸਟੇਜ ਆਈ ਅਤੇ 1930 ਤੋਂ 33 ਦੀ ਮਹਾਮੰਦੀ ਦੇ ਵਿੱਚੋਂ ਫਿਰ ਇਸ ਨੂੰ ਗੁਜ਼ਰਨਾ ਪਿਆ। ਅਤੇ ਫਿਰ ਇੱਕ ਸਮਾਂ ਆਇਆ ਕਿ ਜਿਹੜਾ ਅਮਰੀਕਾ ਉਹ ਸੁਪਰ ਪਾਵਰ ਦਾ ਰੂਪ ਧਾਰਨ ਕਰ ਗਿਆ। ਇਹਦੀਆਂ ਜਿਹੜੀਆਂ ਫੀਚਰਸ ਆ, ਇਹਦੇ ਵਿੱਚ ਪ੍ਰਤੀ ਵਿਅਕਤੀ ਆਮਦਨ, ਪਰ ਕੈਪੀਟਲ ਇਨਕਮ ਵੱਧ ਜਾਂਦੀ ਹੈ, ਨੈਸ਼ਨਲ ਇਨਕਮ ਦੇ ਵਿੱਚ ਵਾਧਾ ਹੋ ਜਾਂਦਾ,
ਉਹ ਲੋਕ ਆਰਾਮ ਨੂੰ ਪਸੰਦ ਕਰਨਾ ਸ਼ੁਰੂ ਕਰ ਜਾਂਦੇ ਆ, ਸਟੈਂਡਰਡ ਆਫ ਲਿਵਿੰਗ ਇੰਪਰੂਵ ਹੋ ਜਾਂਦਾ, ਵੈਲਫੇਅਰ ਸਟੇਟਸ ਜਿਹੜੀਆਂ ਡਿਵੈਲਪ ਹੋ ਜਾਂਦੀਆਂ, ਉਪਭੋਗ ਹੈ ਜਿਹੜਾ ਕੰਜੰਪਸ਼ਨ ਨੂੰ ਵਧਾਇਆ ਜਾਂਦਾ, ਉਹਦੇ ਲਈ ਇੰਸਟਾਲਮੈਂਟਸ ਦੇ ਉੱਤੇ ਵੀ ਲੋਕਾਂ ਨੂੰ ਸਮਾਨ ਦਿੱਤਾ ਜਾਂਦਾ, ਇੰਪਲਾਈਮੈਂਟ ਜਨਰੇਟ ਹੁੰਦੀ ਆ, ਔਰਗੇਨਾਈਜ਼ਡ ਲੇਬਰਰ ਜਿਹੜੇ ਆ ਔਰਗੇਨਾਈਜ਼ਡ ਹੋ ਜਾਂਦੇ ਆ, ਔਰ ਜਿਹੜੀ ਤੁਹਾਡੀ ਆਮਦਨ ਆ ਉਹਦਾ 20% ਤੋਂ ਵੀ ਜ਼ਿਆਦਾ ਹਿੱਸਾ, ਨੈਸ਼ਨਲ ਇਨਕਮ ਦਾ 20% ਤੋਂ ਵੀ ਜ਼ਿਆਦਾ ਹਿੱਸਾ ਜਿਹੜਾ ਉਹ ਇਨਵੈਸਟ ਹੋਣ ਲੱਗਦਾ। ਫਿਰ ਉਹ ਜਿਹੜਾ ਇੱਕ ਡਾਇਗਰਾਮ ਜੋ ਤੁਹਾਡੇ ਸਟੱਡੀ ਮਟੀਰੀਅਲ 'ਚ ਹੋਏਗੀ ਤੁਸੀਂ ਦੇਖੋਗੇ ਕਿ ਟਰਡੀਸ਼ਨਲ ਸਟੇਜ ਦੇ ਵਿੱਚ ਗਰੋਥ ਘੱਟ ਆ, ਫਿਰ ਵੱਧਦੀ ਫਰਦਰ 5th ਸਟੇਜ ਦੇ ਵਿੱਚ ਜਾ ਕੇ ਤੁਹਾਡੀ ਗਰੋਥ ਰੇਟ ਇੱਕ ਤਰ੍ਹਾਂ ਨਾਲ ਸਟੇਬਲ ਵੀ ਹੁੰਦੀ ਅਤੇ ਲਗਾਤਾਰ ਹਾਈ ਮਾਸ ਕੰਜੰਪਸ਼ਨ ਦੀ ਸਟੇਜ 'ਤੇ ਪਹੁੰਚ ਜਾਂਦੀ ਹੈ, ਲਗਾਤਾਰ ਵੱਧਦੀ ਜਾਂਦੀ ਹੈ। ਅਤੇ ਕ੍ਰਿਟੀਸਿਜ਼ਮ ਉਸ ਤੋਂ ਬਾਅਦ ਇਸ ਥਿਊਰੀ ਦਾ ਹੈਗਾ, ਸਭ ਤੋਂ ਪਹਿਲਾਂ ਜਿਹੜਾ ਇਹਦਾ ਕ੍ਰਿਟੀਸਿਜ਼ਮ ਜਿਹੜਾ ਕੁਜਨੈਟਸ ਨੇ ਕੀਤਾ ਹੈ ਅਤੇ ਹਰਸ਼ਮੈਨ ਨੇ ਕੀਤਾ, ਇਹ ਦੱਸਣਾ ਜ਼ਰੂਰੀ ਹੈ। ਉਸ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਵਿਕਾਸ ਦੇ ਲਈ ਪਰੰਪਰਾਵਾਦੀ ਸਮਾਜ ਜ਼ਰੂਰੀ ਨਹੀਂ। ਜਿੱਦਾਂ ਉਹਨੇ ਕਿਹਾ ਨਾ, ਪਹਿਲੀ ਸਟੇਜ ਜਿਹੜੀ ਹੁੰਦੀ ਆ ਉਹ ਟਰਡੀਸ਼ਨਲ ਸਟੇਜ ਹੁੰਦੀ ਆ, ਜਿਹਦੇ ਵਿੱਚ ਤੁਹਾਡੀ ਐਗਰੀਕਲਚਰ 'ਤੇ ਡਿਪੈਂਡੈਂਸ ਹੁੰਦੀ ਆ, ਲੋਕ ਜਿਹੜੀ ਬੈਕਵਰਡ ਹੁੰਦੇ ਆ, ਪੈਸੀਮਿਸਟਿਕ ਹੁੰਦੇ ਆ, ਫੈਟਲਿਸਟਿਕ ਹੁੰਦੇ ਆ, ਹੈ ਨਾ, ਇਹ ਜ਼ਰੂਰੀ ਨਹੀਂ ਆ। ਕ੍ਰਿਟਿਕਸ ਦਾ ਮੰਨਣਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਪਹਿਲਾਂ ਟਰਡੀਸ਼ਨਲ ਸਟੇਟ ਹੋਵੇ। ਪੂਰਵ ਪ੍ਰੀ ਕੰਡੀਸ਼ਨ ਮੇ ਨੋਟ ਟੇਕ ਆਫ ਪ੍ਰੋਸੀਡ ਦਾ ਟੇਕ ਆਫ, ਪ੍ਰੀ ਕੰਡੀਸ਼ਨ ਟੂ ਟੇਕ ਆਫ ਕਿਹਾ ਗਿਆ ਸੀਗਾ, ਜ਼ਰੂਰੀ ਨਹੀਂ ਹੈ ਕਿ ਪ੍ਰੀ ਕੰਡੀਸ਼ਨ ਤੋਂ ਪਹਿਲੇ ਆਉਣ ਜਾਂ ਪਹੁੰਚਣ। ਇਹ ਜ਼ਰੂਰੀ ਨਹੀਂ ਹੈ ਕਿ ਪੂਰਵ ਆਤਮ ਸਫੁਰਤੀ ਤੋਂ ਪਹਿਲਾਂ ਆਉਣ ਜਾਂ ਪਹੁੰਚਣ। ਉਦਾਹਰਨ ਲਈ ਜ਼ਰੂਰੀ ਨਹੀਂ ਹੈ ਕਿ ਖੇਤੀ ਕ੍ਰਾਂਤੀ ਅਤੇ ਆਧਾਰਿਤ ਬੁਨਿਆਦੀ ਸੁਵਿਧਾਵਾਂ ਦਾ ਵਿਕਾਸ ਟੇਕ ਆਫ ਤੋਂ ਪਹਿਲਾਂ ਹੋਵੇ। ਹੋ ਸਕਦਾ ਜਿਹੜੇ ਟੇਕ ਆਫ ਤੋਂ ਪਹਿਲਾਂ ਦੀਆਂ ਕੰਡੀਸ਼ਨਸ ਗਈਆਂ ਹੋ ਸਕਦਾ ਉਹ ਸਾਰਾ ਕੁਛ ਬਾਅਦ 'ਚ ਹੋਵੇ, ਕਿਉਂਕਿ ਇਸ ਤਰ੍ਹਾਂ ਤਾਂ ਨਹੀਂ ਹੈ ਕਿ ਇਸੇ ਤਰ੍ਹਾਂ ਸਟੈਪ ਬਾਈ ਸਟੈਪ ਹੋਣਾ। ਉਸ ਤੋਂ ਬਾਅਦ ਓਵਰਲੈਪਿੰਗ ਇਨ ਦੀ ਸਟੇਜਸ ਦੇ ਵਿੱਚ ਉਹੀ ਸਾਰੀਆਂ ਲਾਸਟ 3 ਸਟੇਜਸ ਦੇਖੋ, ਟੇਕ ਆਫ ਐਂਡ 4th ਸਟੇਜ ਤੁਸੀਂ ਦੇਖਦੇ ਹੋ, ਐਂਡ ਜਿਹਦੇ ਵਿੱਚ ਤੁਸੀਂ ਡਰਾਈਵ ਟੂ ਮੈਚੋਰਿਟੀ ਆ, ਦੈਨ ਹਾਈ ਮਾਸ ਕੰਜੰਪਸ਼ਨ ਆ, ਸਾਰਿਆਂ ਚਾਹੀਏ, ਨੈਸ਼ਨਲ ਇਨਕਮ ਵੱਧਦੀ ਆ, ਪਰ ਕੈਪੀਟਲ ਇਨਕਮ ਵੱਧਦੀ ਆ, ਸਟੈਂਡਰਡ ਆਫ ਲਿਵਿੰਗ ਇੰਪਰੂਵ ਕਰਦਾ, ਇੱਕ ਤਰ੍ਹਾਂ ਨਾਲ ਓਵਰਲੈਪਿੰਗ ਹੈ। ਕ੍ਰਿਟੀਸਿਜ਼ਮ ਆਫ ਦੀ ਟੇਕ ਆਫ ਸਟੇਜ ਨਾਲ ਬਹੁਤ ਜ਼ਿਆਦਾ ਜਿਹੜਾ ਕ੍ਰਿਟੀਸਿਜ਼ਮ ਆ, ਉਸ ਅਵਸਥਾ ਜਿਸ ਨੇ ਲੋਕਾਂ ਦਾ ਦਿਮਾਗ ਨੂੰ ਬਹੁਤ ਤੇਜ਼ੀ ਨਾਲ ਛੂਹਿਆ, ਉਹ ਬਿਨਾਂ ਸ਼ੰਕਾ ਦੇ ਆਤਮ ਸੁਰਤੀ ਦੀ ਹਾਲਤ ਆ, ਇਹ ਕਿਰਨ ਕ੍ਰਾਸ ਨੇ ਕਿਹਾ ਸੀਗਾ। ਪਰ ਆਤਮ ਸਫੁਰਤੀ ਦੀਆਂ ਤਰੀਕਾਂ 'ਤੇ ਸਹਿਮਤੀ ਪਾਈ ਜਾਂਦੀ ਆ। ਅਸਫਲਤਾ ਦੀ ਸੰਭਾਵਨਾ ਨੂੰ ਦੇਖਿਆ ਹੀ ਨਹੀਂ ਜਾਂਦਾ। ਜ਼ਰੂਰੀ ਤਾਂ ਨਹੀਂ ਹੈ ਕਿ ਤੁਸੀਂ ਪ੍ਰੀ ਟੇਕ ਆਫ ਤੋਂ ਬਾਅਦ ਟੇਕ ਆਫ ਹੀ ਕਰ ਜਾਓਗੇ। ਆਤਮ ਸਫੁਰਤੀ ਦੇ ਲਈ ਜਿਹੜੀਆਂ ਸ਼ਰਤਾਂ ਦੀਆਂ ਸੀਮਾਵਾਂ ਆ, ਨਿਵੇਸ਼ਾਂ ਦੀ ਵਾਧਾ ਦਰ ਮਨਮਾਨੀ ਹੋ ਸਕਦੀ ਆ, ਹੋ ਸਕਦਾ ਕੁਝ ਇੰਡਸਟਰੀ ਡਿਵੈਲਪ ਹੋਵੇ, ਕੁਝ ਨਾ ਹੋਵੇ, ਇਸ ਤਰ੍ਹਾਂ। ਉਸ ਤੋਂ ਜਿਹੜੀ ਡਰਾਈਵ ਟੂ ਮੈਚੋਰਿਟੀ 4th ਸਟੇਜ ਆ, ਉਹ ਭਰਮ ਵਾਲੀ ਹੈ ਕਿ 4th ਸਟੇਜ ਦੇ ਵਿੱਚ ਕੀ ਹੁੰਦਾ, 10% ਤੋਂ ਉੱਪਰ ਸ਼ੁੱਧ ਨਿਵੇਸ਼ ਹੋਣ ਲੱਗਦਾ, 10 ਤੋਂ 20% ਤੱਕ, ਪਰ 20% 'ਤੇ ਤੁਹਾਡੀ 5th ਸਟੇਜ ਆ। ਇਟ ਮੀਨਸ ਜੇ 20% 4th ਸਟੇਜ ਦੇ ਵਿੱਚ ਹੀ ਹੋ ਗਿਆ, ਫਿਰ ਉਹ ਸਟੇਜ ਵਿੱਚੋਂ ਖਤਮ ਕਰ ਦਿੱਤੀ ਜਾਏਗੀ। ਐਂਡ ਲੈਕ ਆਫ ਗੁੱਡ ਥਿਊਰੀ, ਇਹ ਵੀ ਮੰਨਿਆ ਜਾਂਦਾ ਕ੍ਰਿਟਿਕਸ ਹੈ ਕਿ 5 ਸਟੇਜਸ ਦਿੱਤੀਆਂ ਆ, ਪਰ ਇੱਕ ਕਿਸਮ ਦਾ ਮੈਨੀਫੈਸਟੋ ਹੀ ਆ, ਲਾਈਕ ਜਿੱਦਾਂ ਰਾਜਨੀਤੀ ਵਾਲਿਆਂ ਦਾ ਮੈਨੀਫੈਸਟੋ ਹੁੰਦਾ। ਲੌਜਿਕ ਦੀ ਪੂਰੀ ਤਰ੍ਹਾਂ ਕਮੀ ਆ, ਕੋਈ ਤਰਕ ਨਹੀਂ ਆ ਕਿ ਇਸ ਤਰ੍ਹਾਂ ਹੀ ਹੋਇਆ, ਕਿਸੇ ਇਕੋਨਮੀ ਨੇ ਇਸੇ ਤਰ੍ਹਾਂ 5 ਸਟੇਜਸ ਦੇ ਵਿੱਚੋਂ ਨਿਕਲ ਕੇ ਡਿਵੈਲਪਮੈਂਟ ਕੀਤੀ ਆ। ਲੈਕ ਆਫ ਨੌਲੇਜ ਰਿਗਾਰਡਿੰਗ ਮੇਨ ਡਿਟਰਮੀਨੈਂਟਸ, ਇਹ ਤਾਂ ਕਿਆ ਡਿਵੈਲਪਮੈਂਟ ਹੋਏਗੀ, ਪਰ ਕਿਹੜੇ ਫੈਕਟਰਸ ਆ ਜਿਹੜੇ ਡਿਟਰਮਿਨ ਕਰਨਗੇ, ਨਹੀਂ ਦੱਸਿਆ। ਅਤੇ ਉਸ ਤੋਂ ਬਾਅਦ ਲੈਕ ਆਫ ਬੇਸ, ਰੋਸਟੋ ਦਾ ਇਹ ਅਜਿਹਾ ਸਿਧਾਂਤ ਨਹੀਂ ਹੈ ਜਿਸ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤਾ ਜਾਵੇ ਕਿ ਕਦੋਂ ਦੂਸਰੀ ਸਟੇਜ ਆਏਗੀ, ਕਦੋਂ ਤੀਸਰੀ ਸਟੇਜ ਆਏਗੀ, ਕਦੋਂ ਐਂਡ ਹੋਏਗਾ। ਇਹ ਕਾਫੀ ਔਖਾ ਕੰਮ ਆ। ਅਨਸਰਟੇਨਟੀ ਆ, ਨਹੀਂ ਪਤਾ ਲੱਗਦਾ ਕਿ ਇੱਕ ਅਵਸਥਾ ਦੇ ਮਗਰੋਂ ਕਿਹੜੀ ਸਟੇਜ ਆਵੇਗੀ, ਅਤੇ ਸਭ ਦੇਸ਼ਾਂ 'ਤੇ ਲਾਗੂ ਨਹੀਂ ਹੁੰਦਾ। ਰੋਸਟੋ ਦੀ ਗੱਲ ਉਚਿਤ ਨਹੀਂ ਹੈ ਕਿ ਹਰੇਕ ਦੇਸ਼ ਇਹਨਾਂ 5 ਸਟੇਜਸ ਦੇ ਵਿੱਚੋਂ ਗੁਜ਼ਰਦਾ। ਅਤੇ ਲਗਾਤਾਰ ਪ੍ਰਗਤੀ, ਰੋਸਟੋ ਦਾ ਇਹ ਵੀ ਕਥਨ ਉਚਿਤ ਨਹੀਂ ਹੈ ਕਿ ਇੱਕ ਵਾਰ ਆਤਮ ਨਿਰਭਰਤਾ ਦੀ ਅਵਸਥਾ ਜਦੋਂ ਆ ਜਾਂਦੀ ਹੈ, ਦੇਸ਼ ਲਗਾਤਾਰ ਪ੍ਰਗਤੀ ਦੇ ਵੱਲ ਹੀ ਵੱਧਦਾ ਹੈ। ਫਿਰ ਵੀ ਬਹੁਤੇ ਕੰਟਰੀਜ਼ ਦੇ ਵਿੱਚ ਡਿਪਰੈਸ਼ਨ ਆਉਂਦੀ ਹੈ, ਫਿਰ ਵੀ ਉਹ ਡਾਊਨ ਜਾਂਦੇ ਆ, ਉਹਨਾਂ ਦੀ ਇਕੋਨਮੀ ਡਾਊਨ ਜਾਂਦੀ ਆ। ਇਸ ਲਈ ਰੋਸਟੋ ਦਾ ਮੰਨਣਾ ਕਿ ਉਸ ਤੋਂ ਬਾਅਦ ਫਿਰ ਡਿਵੈਲਪਮੈਂਟ ਹੀ ਹੁੰਦੀ ਰਹਿੰਦੀ ਹੈ, ਗਰੋਥ ਹੀ ਹੁੰਦੀ ਰਹਿੰਦੀ ਹੈ। ਇਹ ਇਕੋਨਮੀ ਹੈ ਜਿਹੜੀ ਉਹ ਹਮੇਸ਼ਾ ਗਰੋ ਹੀ ਕਰਦੀ ਰਹਿੰਦੀ ਹੈ, ਜ਼ਰੂਰੀ ਨਹੀਂ ਆ ਰੋਸਟੋ ਦਾ ਮੰਨਣਾ। ਇਸ ਦੇ ਨਾਲ ਇਹ ਕੰਸੈਪਟ ਕੰਪਲੀਟ ਹੁੰਦਾ। ਕੱਲ੍ਹ ਆਪਾਂ ਨੈਕਸਟ ਟੋਪਿਕ ਕਰਾਂਗੇ। ਉਦੋਂ ਤੱਕ ਲਈ ਥੈਂਕ ਯੂ ਸੋ ਮੱਚ।